ਮੰਮੀ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੇਰਾ 9 ਸਾਲ ਦਾ ਭਾਈ ਮੇਰੇ ਨਾਲ ਹੀ ਸੌਣ ਲੱਗਿਆ। ਮੈਂ ਨੋਟ ਕੀਤਾ ਕਿ ਮੈਂ ਜਿਵੇਂ ਹੀ ਸਵੇਰੇ ਉੱਠਦੀ ਹਾਂ ਤਾਂ ਮੇਰੀ ਹਾਲਤ ਕੁਝ ਅਜੀਬ ਜਿਹੀ ਹੁੰਦੀ ਹੈ ਅਤੇ ਇੱਧਰ ਮੇਰਾ ਭਾਈ ਵੀ ਸਕੂਲ ਜਾਣ ਤੋਂ ਪਹਿਲਾਂ ਕਹਿੰਦਾ, ਦੀਦੀ ਪਲੀਜ਼ ਮੈਨੂੰ ਮਾफ़ ਕਰ ਦਿਓ। ਮੈਂ ਹੈਰਾਨ ਹੋ ਜਾਂਦੀ ਕਿ ਇਹ ਮੇਰੇ ਤੋਂ ਮਾफ़ੀ ਕਿਉਂ ਮੰਗਦਾ ਹੈ। ਮੈਂ ਸਮਝਦੀ ਸੀ ਕਿ ਸ਼ਾਇਦ ਉਸਨੇ ਕੋਈ ਗਲਤੀ ਕੀਤੀ ਹੋਵੇਗੀ, ਇਸ ਲਈ ਇਹ ਮਾफ़ੀ ਮੰਗਦਾ ਹੈ। ਪਰ ਜਦੋਂ ਮੈਂ ਉਸਦੀ ਚੋਰੀ ਫੜਨ ਦੀ ਕੋਸ਼ਿਸ਼ ਕਰਦੀ ਤਾਂ ਮਾਯੂਸੀ ਦੇ ਇਲਾਵਾ ਕੁਝ ਵੀ ਹੱਥ ਨਾ ਲੱਗਦਾ। ਇਸ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ, ਕਿਉਂਕਿ ਮੈਨੂੰ ਮੇਰੇ ਭਾਈ ਦਾ ਰੋਜ਼-ਰੋਜ਼ ਮਾफ़ੀ ਮੰਗਣਾ ਅਜੀਬ ਲੱਗਦਾ ਸੀ। ਉਂਝ ਮੈਨੂੰ ਉਸ 'ਤੇ ਕੋਈ ਸ਼ੱਕ ਨਹੀਂ ਸੀ ਕਿ ਉਹ ਅਜਿਹੀ ਹਰਕਤ ਕਰ ਸਕਦਾ ਹੈ, ਪਰ ਫਿਰ ਵੀ ਮੈਂ ਦੇਖਣਾ ਚਾਹੁੰਦੀ ਸੀ ਕਿ ਆਖਰ ਇਸ ਦੇ ਪਿੱਛੇ ਕੀ ਰਾਜ਼ ਹੈ। ਫਿਰ ਇੱਕ ਦਿਨ ਅੱਧੀ ਰਾਤ ਨੂੰ ਅਚਾਨਕ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਬੈੱਡ ਦਾ ਹਾਲ ਦੇਖ ਕੇ ਮੈਂ ਆਪਣੇ ਹੋਸ਼ ਹੀ ਖੋ ਬੈਠੀ ਕਿ ਜਿਸ ਭਾਈ ਨੂੰ ਮੈਂ ਬੱਚਾ ਸਮਝਦੀ ਸੀ ਉਹ ਤਾਂ ਮੇਰੇ ਸੌਂਦੇ ਹੀ ਚੋਰੀ ਛੁਪੇ। ਮੇਰਾ ਨਾਂ ਰੂਹੀ ਹੈ। ਉਹਨਾਂ ਦਿਨਾਂ ਵਿੱਚ ਮੇਰੀ ਉਮਰ ਲਗਭਗ 19 ਸਾਲ ਸੀ। ਅਸੀਂ ਬਹੁਤ ਜ਼ਿਆਦਾ ਗਰੀਬ ਸੀ, ਇੰਨੇ ਗਰੀਬ ਕਿ ਸਾਡੇ ਘਰ ਵਿੱਚ ਸੌਣ ਲਈ ਬਿਸਤਰ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਅਤੇ ਗਰਮੀਆਂ ਵਿੱਚ ਸਿਰਫ ਇੱਕ ਛੋਟਾ ਜਿਹਾ ਪੱਖਾ, ਜਿਸ ਨਾਲ ਹਵਾ ਦੇ ਨਾਂ 'ਤੇ ਸਿਰਫ ਗੁਜ਼ਾਰਾ ਹੀ ਹੁੰਦਾ ਸੀ, ਜਿਸ ਦੇ ਅੱਗੇ ਅਸੀਂ ਸੌਂਦੇ ਸੀ। ਸਾਡੀ ਜ਼ਿੰਦਗੀ ਬਹੁਤ ਮੁਸ਼ਕਿਲ ਸੀ, ਪਰ ਜ਼ਿੰਦਗੀ ਤਾਂ ਫਿਰ ਵੀ ਗੁਜ਼ਾਰਨੀ ਹੀ ਸੀ। ਹਾਲਾਤ ਦੇ ਕਾਰਨ ਮੈਂ ਬਹੁਤ ਪਹਿਲਾਂ ਤੋਂ ਹੀ ਪੈਸਾ ਕਮਾਉਣ ਲੱਗੀ ਸੀ। ਕਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਅਤੇ ਕਦੇ ਕਿਸੇ ਦੇ ਘਰ ਦਾ ਕੰਮ ਕਰ ਲੈਂਦੀ, ਕਦੇ ਕਿਸੇ ਦੇ ਕੱਪੜੇ ਸਿਉਂਦੀ ਤਾਂ ਕਦੇ ਕਿਸੇ ਦੇ ਬੱਚੇ ਦਾ ਖਿਆਲ ਰੱਖਦੀ। ਇਸ ਤਰ੍ਹਾਂ ਮੇਰੇ ਹੱਥ ਵਿੱਚ ਕੁਝ ਨਾ ਕੁਝ ਪੈਸੇ ਆਉਂਦੇ ਰਹਿੰਦੇ ਸਨ। ਪਰ ਮੰਮੀ ਅਜੇ ਜਿਉਂਦੀ ਸੀ, ਜੋ ਕਿ ਲੋਕਾਂ ਦੇ ਘਰ ਦਾ ਕੰਮ ਵੀ ਕਰਦੀ ਸੀ ਅਤੇ ਕੱਪੜੇ ਵੀ ਸਿਉਂਦੀ ਸੀ। ਉਹਨਾਂ ਨੂੰ ਜ਼ਿਆਦਾ ਵਧੀਆ ਕੱਪੜੇ ਸਿਉਣੇ ਆਉਂਦੇ ਸਨ। ਮੇਰਾ ਹੱਥ ਇੰਨਾ ਸਾਫ਼ ਨਹੀਂ ਸੀ। ਜ਼ਿੰਦਗੀ ਚੱਲ ਰਹੀ ਸੀ। ਪਾਪਾ ਵੀ ਇਸ ਦੁਨੀਆ ਵਿੱਚ ਨਹੀਂ ਸਨ। ਮੰਮੀ ਪਾਪਾ ਨੇ ਲਵ ਮੈਰਿਜ ਕੀਤੀ ਸੀ, ਪਰ ਫਿਰ ਪਾਪਾ ਆਪਣੇ ਘਰ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਮੇਰੀ ਮੰਮੀ ਨੂੰ ਛੱਡ ਕੇ ਚਲੇ ਗਏ। ਪਰ ਉਸਦੇ 1 ਸਾਲ ਬਾਅਦ ਉਹ ਵੀ ਇਸ ਦੁਨੀਆ ਵਿੱਚ ਨਹੀਂ ਰਹੇ। ਮੰਮੀ ਕਹਿੰਦੇ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ, ਪਰ ਮਾਂ ਅਤੇ ਪਤਨੀ ਵਿੱਚੋਂ ਉਹਨਾਂ ਨੇ ਆਪਣੀ ਮਾਂ ਨੂੰ ਚੁਣ ਲਿਆ ਸੀ ਅਤੇ ਫਿਰ ਮੇਰੀ ਯਾਦ ਵਿੱਚ ਤੜਫ ਕੇ ਮਰ ਗਏ। ਪਤਾ ਨਹੀਂ ਮੰਮੀ ਆਪਣੇ ਆਪ ਨੂੰ ਜਾਂ ਸਾਨੂੰ ਇਹ ਤਸੱਲੀ ਦੇਣ ਲਈ ਕਹਿੰਦੀ ਸੀ। ਜੇਕਰ ਉਹ ਮੰਮੀ ਨੂੰ ਇੰਨਾ ਹੀ ਪਿਆਰ ਕਰਦੇ ਸਨ ਤਾਂ ਫਿਰ ਮੰਮੀ ਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੇ। ਕਹਿੰਦੇ ਹਨ ਕਿ ਆਦਮੀ ਜਿਸ ਔਰਤ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ, ਉਸ ਦੇ ਲਈ ਪਹਾੜ ਵੀ ਹਿਲਾ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਜਿਸ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹੈ ਉਸ ਲਈ ਕੁਝ ਵੀ ਕਰ ਸਕਦਾ ਹੈ। ਪਤਾ ਨਹੀਂ ਕੌਣ ਠੀਕ ਸੀ ਅਤੇ ਕੌਣ ਗਲਤ, ਪਰ ਪਾਪਾ ਦੇ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ ਤਾਂ ਬਰਬਾਦ ਹੋ ਗਈ। ਅਸੀਂ ਬੇਸਹਾਰਾ ਹੋ ਗਏ ਅਤੇ ਗਰੀਬੀ ਨੇ ਸਾਨੂੰ ਨਿਗਲ ਲਿਆ ਸੀ, ਜਿਸ ਵਿੱਚੋਂ ਅਸੀਂ ਕਦੇ ਬਾਹਰ ਨਹੀਂ ਨਿਕਲ ਸਕੇ। ਮੰਮੀ ਨੂੰ ਦੇਖ ਕੇ ਕਦੇ-ਕਦੇ ਮੈਨੂੰ ਇੰਜ ਲੱਗਦਾ ਸੀ ਕਿ ਉਹ ਮੈਥੋਂ ਕੋਈ ਗੱਲ ਲੁਕੋ ਰਹੀ ਹੈ। ਅਚਾਨਕ ਰਾਤ ਨੂੰ ਕਿਤੇ ਚਲੀ ਜਾਂਦੀ ਸੀ, ਪਤਾ ਨਹੀਂ ਕਿੱਥੇ ਜਾਂਦੀ ਹੈ। ਮੁਹੱਲੇ ਵਿੱਚ ਉਹਨਾਂ ਦੀ ਇੱਕ ਹੀ ਸਹੇਲੀ ਸੀ ਅਤੇ ਉਸਦਾ ਪਤੀ ਬਹੁਤ ਜ਼ਿਆਦਾ ਗੁੱਸੇ ਵਾਲਾ ਸੀ। ਉਸਦੇ ਘਰ ਤਾਂ ਨਹੀਂ ਜਾਂਦੀ ਹੋਵੇਗੀ। ਉਹ ਤਾਂ ਦਿਨ ਵਿੱਚ ਵੀ ਮੰਮੀ ਦੇ ਆਉਣ 'ਤੇ ਗੁੱਸਾ ਹੋ ਜਾਂਦਾ ਸੀ। ਉਹ ਕਹਿੰਦਾ ਸੀ ਕਿ ਇਸ ਦਾ ਤਲਾਕ ਹੋ ਚੁੱਕਿਆ ਹੈ, ਤੇਰਾ ਵੀ ਕਰਵਾ ਦੇਵੇਗੀ। ਮੰਮੀ ਮੈਨੂੰ ਕਹਿੰਦੀ ਸੀ ਕਿ ਦੁਨੀਆ ਬਹੁਤ ਬੁਰੀ ਹੈ, ਕਦੇ ਕਿਸੇ 'ਤੇ ਭਰੋਸਾ ਨਾ ਕਰਿਓ। ਉਹ ਮੈਨੂੰ ਅਜਿਹੀਆਂ ਗੱਲਾਂ ਦੱਸਦੀ ਰਹਿੰਦੀ ਸੀ ਜਿਵੇਂ ਉਹਨਾਂ ਨੇ ਕਿਤੇ ਚਲੇ ਜਾਣਾ ਹੋਵੇ। ਉਹ ਕਹਿੰਦੀ ਰਹਿੰਦੀ ਸੀ ਕਿ ਆਪਣੇ ਭਾਈ ਦਾ ਖਿਆਲ ਰੱਖੀਂ। ਮੇਰਾ ਭਾਈ 8 ਸਾਲ ਦਾ ਸੀ ਅਤੇ 4ਥੀ ਕਲਾਸ ਵਿੱਚ ਪੜ੍ਹਦਾ ਸੀ, ਪਰ ਉਹ ਬਹੁਤ ਜ਼ਿਆਦਾ ਸ਼ਰਾਰਤੀ ਸੀ, ਇਸ ਲਈ ਸਕੂਲ ਵਿੱਚੋਂ ਅਕਸਰ ਉਸ ਨੂੰ ਕੱਢ ਦਿੱਤਾ ਜਾਂਦਾ ਸੀ। ਫਿਰ ਬੜੀ ਮੁਸ਼ਕਿਲ ਨਾਲ ਮਾफ़ੀ ਮੰਗ ਕੇ ਉਸ ਨੂੰ ਬਿਠਾ ਕੇ ਆਉਂਦੇ ਸੀ। ਅਸੀਂ ਉਸ ਨੂੰ ਬਹੁਤ ਸਮਝਾਉਂਦੇ ਸੀ, ਪਰ ਉਹ ਬਿਲਕੁਲ ਨਹੀਂ ਸਮਝਦਾ ਸੀ। ਪਤਾ ਨਹੀਂ ਉਹ ਕਿਉਂ ਇੰਨਾ ਸ਼ਰਾਰਤੀ ਹੋ ਗਿਆ ਸੀ। ਸ਼ਾਇਦ ਇਸ ਲਈ ਕਿਉਂਕਿ ਉਸਦੇ ਸਿਰ 'ਤੇ ਬਾਪ ਨਹੀਂ ਸੀ। ਮੇਰੀ ਜ਼ਿੰਦਗੀ ਵਿੱਚ ਇੰਨੇ ਦੁੱਖ ਦਰਦ ਸਨ, ਪਰ ਅਚਾਨਕ ਹੀ ਇੱਕ ਬਹੁਤ ਵੱਡਾ ਪਹਾੜ ਮੇਰੇ ਸਿਰ 'ਤੇ ਟੁੱਟ ਪਿਆ ਜਦੋਂ ਮੇਰੀ ਮੰਮੀ ਇਸ ਦੁਨੀਆ ਤੋਂ ਚਲੀ ਗਈ। ਉਹ ਬਹੁਤ ਦੇਰ ਤੋਂ ਬਿਮਾਰ ਸੀ। ਉਹਨਾਂ ਨੂੰ ਕੋਈ ਬਹੁਤ ਵੱਡੀ ਬਿਮਾਰੀ ਸੀ, ਪਰ ਕਿਹੜੀ ਬਿਮਾਰੀ ਸੀ ਇਸ ਦਾ ਪਤਾ ਨਾ ਲੱਗ ਸਕਿਆ। ਪਰ ਡਾਕਟਰ ਦਾ ਕਹਿਣਾ ਸੀ ਕਿ ਅਚਾਨਕ ਤੋਂ ਇਸ ਤਰ੍ਹਾਂ ਨਹੀਂ ਹੁੰਦਾ ਹੈ, ਲੱਗਦਾ ਹੈ ਕਾਫੀ ਸਮੇਂ ਤੋਂ ਬਿਮਾਰ ਸੀ, ਪਰ ਉਹ ਕਿਸੇ ਨੂੰ ਦੱਸਦੀ ਨਹੀਂ ਸੀ। ਫਿਰ ਬਾਅਦ ਵਿੱਚ ਇਹ ਵੀ ਪਤਾ ਲੱਗਿਆ ਕਿ ਰਾਤ ਨੂੰ ਜਦੋਂ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਜਾਂਦੀ ਸੀ ਤਾਂ ਲੁੱਕ ਕੇ ਡਾਕਟਰ ਕੋਲ ਜਾਂਦੀ ਸੀ। ਮੈਨੂੰ ਜਗਾਉਂਦੀ ਨਹੀਂ ਸੀ ਤਾਂ ਜੋ ਮੈਂ ਪਰੇਸ਼ਾਨ ਨਾ ਹੋ ਜਾਵਾਂ।
ਮੰਮੀ ਦੇ ਜਾਣ ਦਾ ਦੁੱਖ ਬਹੁਤ ਵੱਡਾ ਸੀ। ਕਿਸੇ ਦੀ ਮਾਂ ਜੇਕਰ ਇਸ ਦੁਨੀਆ ਤੋਂ ਚਲੀ ਜਾਵੇ, ਉਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ। ਇਹ ਸਿਰਫ ਉਹੀ ਸਮਝ ਸਕਦਾ ਹੈ ਜਿਸ ਨਾਲ ਇਹ ਸਭ ਕੁਝ ਬੀਤਿਆ ਹੋਵੇ, ਕਿਉਂਕਿ ਮਾਂ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਕਦੇ ਵੀ ਤੁਹਾਡਾ ਬੁਰਾ ਨਹੀਂ ਸੋਚ ਸਕਦਾ। ਮੰਮੀ ਨੂੰ ਆਪਣੀ ਮੌਤ ਦੇ ਬਾਰੇ ਵਿੱਚ ਪਹਿਲਾਂ ਹੀ ਪਤਾ ਸੀ। ਇਸ ਗੱਲ ਦਾ ਅੰਦਾਜ਼ਾ ਮੈਨੂੰ ਉਦੋਂ ਹੋਇਆ ਜਦੋਂ ਉਹਨਾਂ ਦੇ ਕੱਪੜੇ ਸਿਉਣ ਵਾਲੀ ਮਸ਼ੀਨ ਦੇ ਅੰਦਰ ਮੈਨੂੰ ਇੱਕ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਹੋਇਆ ਸੀ, ਮੈਂ ਬਿਮਾਰ ਹਾਂ, ਇਸ ਦੁਨੀਆ ਤੋਂ ਜਲਦੀ ਹੀ ਚਲੀ ਜਾਵਾਂਗੀ। ਆਪਣੇ ਭਾਈ ਦਾ ਖਿਆਲ ਰੱਖੀ। ਮੇਰੇ ਜਾਣ ਤੋਂ ਬਾਅਦ ਤੈਨੂੰ ਹੀ ਇਸ ਦਾ ਖਿਆਲ ਰੱਖਣਾ ਹੈ। ਸਭ ਤੋਂ ਛੋਟਾ ਹੈ, ਰਾਤ ਨੂੰ ਡਰਦਾ ਹੈ, ਬੱਚਿਆਂ ਦੇ ਸਾਹਮਣੇ ਬਹੁਤ ਬਹਾਦਰ ਬਣਦਾ ਹੈ, ਮਾਰਦਾ ਕੁੱਟਦਾ ਹੈ, ਪਰ ਰਾਤ ਨੂੰ ਡਰਦਾ ਹੈ ਅਤੇ ਮੇਰੇ ਨਾਲ ਹੀ ਸੌਂਦਾ ਹੈ। ਤੂੰ ਇਸ ਨੂੰ ਆਪਣੇ ਨਾਲ ਸੁਲਾ ਲਿਆ ਕਰ ਤਾਂ ਜੋ ਇਸ ਨੂੰ ਡਰ ਨਾ ਲੱਗੇ। ਹੌਲੀ ਹੌਲੀ ਠੀਕ ਹੋ ਜਾਵੇਗਾ। ਹੋਰ ਮੈਂ ਤੈਨੂੰ ਕੀ ਕਹਾਂ। ਮੈਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਮੇਰਾ ਪਤੀ ਮੈਨੂੰ ਛੱਡ ਕੇ ਚਲਾ ਗਿਆ। ਫਿਰ ਉਹ ਆਪ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ। ਹੁਣ ਤੂੰ ਵੀ ਇਕੱਲੀ ਹੈ। ਤੇਰਾ ਵਿਆਹ ਕੌਣ ਕਰਵਾਏਗਾ। ਕਿਸੇ ਤੇ ਭਰੋਸਾ ਨਾ ਕਰਿਓ। ਤੇਰਾ ਇਸ ਦੁਨੀਆ ਵਿੱਚ ਸਿਰਫ ਤੇਰਾ ਭਾਈ ਹੈ। ਇਹੀ ਉਹ ਆਦਮੀ ਹੈ ਜੋ ਕਦੇ ਤੇਰੇ ਲਈ ਬੁਰਾ ਨਹੀਂ ਸੋਚੇਗਾ, ਤੇਰੀ ਇੱਜ਼ਤ ਦੀ ਰਖਵਾਲੀ ਕਰੇਗਾ। ਅਤੇ ਕਿਸੇ ਗੈਰ ਆਦਮੀ ਤੇ ਵੀ ਕਦੇ ਭਰੋਸਾ ਨਾ ਕਰੀਂ। ਮੇਰੀ ਗੱਲ ਨੂੰ ਹਮੇਸ਼ਾ ਯਾਦ ਰੱਖੀਂ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਇਕੱਲੀ ਕਿਵੇਂ ਸੰਭਾਲ ਸਕਾਂਗੀ। ਪਰ ਮੰਮੀ ਨੇ ਜਿੱਥੇ ਚਿੱਠੀ ਰੱਖੀ ਸੀ ਉੱਥੇ ਕੁਝ ਪੈਸੇ ਵੀ ਰੱਖੇ ਸਨ। ਉਹਨਾਂ ਦਾ ਕਹਿਣਾ ਸੀ ਕਿ ਕੁਝ ਸਮੇਂ ਦਾ ਗੁਜ਼ਾਰਾ ਹੋ ਜਾਵੇਗਾ। ਮੈਨੂੰ ਪੂਰਾ ਯਕੀਨ ਹੈ ਬਾਅਦ ਵਿੱਚ ਤੂੰ ਆਪ ਸੰਭਾਲ ਲਵੇਂਗੀ। ਜੇਕਰ ਇਹ ਪੈਸੇ ਮੈਂ ਆਪਣੇ ਇਲਾਜ ਲਈ ਖਰਚ ਕਰ ਦਿੰਦੀ, ਫਿਰ ਵੀ ਮੈਂ ਮਰਨਾ ਹੀ ਸੀ, ਤਾਂ ਫਿਰ ਤੁਸੀਂ ਬਿਲਕੁਲ ਖਾਲੀ ਹੱਥ ਰਹਿ ਜਾਂਦੇ। ਮੈਨੂੰ ਬੜਾ ਅਫਸੋਸ ਹੋਇਆ। ਕਾਸ਼ ਮੰਮੀ ਨੇ ਮੈਨੂੰ ਦੱਸ ਦਿੱਤਾ ਹੁੰਦਾ। ਮੇਰਾ ਭਾਈ ਵੀ ਬਹੁਤ ਦੁਖੀ ਸੀ। ਅਸੀਂ ਬਹੁਤ ਦੇਰ ਤੱਕ ਰੋਂਦੇ ਰਹੇ। ਫਿਰ ਇਸ ਤੋਂ ਬਾਅਦ ਹੌਲੀ ਹੌਲੀ ਸਬਰ ਆਉਣ ਲੱਗਿਆ। ਰਾਤ ਹੋਈ ਤਾਂ ਮੈਂ ਭਰਾ ਨੂੰ ਕਿਹਾ ਕਿ ਹੁਣ ਤੂੰ ਮੇਰੇ ਨਾਲ ਹੀ ਸੋ ਜਾਇਆ ਕਰ। ਉਹ ਮੇਰੇ ਕਮਰੇ ਵਿੱਚ ਆ ਕੇ ਮੇਰੇ ਬੈੱਡ ਤੇ ਹੀ ਸੌਂ ਗਿਆ। ਕੁਝ ਹਫ਼ਤੇ ਇਸੇ ਤਰ੍ਹਾਂ ਲੰਘਦੇ ਰਹੇ। ਫਿਰ ਮੈਨੂੰ ਉਸਦੇ ਸਕੂਲ ਤੋਂ ਸ਼ਿਕਾਇਤ ਆਈ ਕਿ ਉਹ ਸਕੂਲ ਨਹੀਂ ਆ ਰਿਹਾ ਹੈ, ਪਰ ਮੈਂ ਤਾਂ ਉਸਨੂੰ ਰੋਜ਼ ਸਕੂਲ ਭੇਜਦੀ ਸੀ। ਮੈਂ ਉਸਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਦੋਸਤਾਂ ਨਾਲ ਖੇਡਣ ਚਲਾ ਜਾਂਦਾ ਹੈ। ਮੈਂ ਕਿਹਾ ਕਿ ਇਹ ਕੋਈ ਟਾਈਮ ਹੈ ਇਸ ਤਰ੍ਹਾਂ ਦੇ ਕੰਮ ਕਰਨ ਦਾ। ਹਾਲੇ ਮੰਮੀ ਨੂੰ ਗਏ ਦਿਨ ਹੀ ਕਿੰਨੇ ਹੋਏ ਹਨ ਅਤੇ ਤੂੰ ਮੇਰਾ ਖੂਨ ਜਲਾਉਣ ਲੱਗ ਪਿਆ ਹੈ। ਤੇਰੇ ਸਾਰੇ ਦੋਸਤ ਤਾਂ ਸਕੂਲ ਵਿੱਚ ਹੁੰਦੇ ਹਨ। ਅਜਿਹਾ ਕਿਹੜਾ ਦੋਸਤ ਹੈ ਜਿਸ ਨਾਲ ਤੂੰ ਖੇਡਣ ਚਲਾ ਜਾਂਦਾ ਹੈ। ਉਹ ਕਹਿਣ ਲੱਗਾ ਕਿ ਮੈਂ ਨਵਾਂ ਦੋਸਤ ਬਣਾਇਆ ਹੈ। ਮੈਂ ਕਿਹਾ ਤਾਂ ਫਿਰ ਅੱਜ ਤੋਂ ਹੀ ਉਸ ਦੋਸਤ ਨੂੰ ਛੱਡ ਕੇ ਆਪਣੀ ਪੜ੍ਹਾਈ 'ਤੇ ਧਿਆਨ ਦੇ। ਇਸ ਵਿੱਚ ਵੀ ਪੈਸੇ ਲੱਗਦੇ ਹਨ। ਮੇਰੀ ਤਾਂ ਪੜ੍ਹਾਈ ਦੀ ਉਮਰ ਲੰਘ ਗਈ ਹੈ। ਤੂੰ ਤਾਂ ਪੜ੍ਹ ਲਿਖ ਕੇ ਕੁਝ ਬਣ ਜਾ। ਇਹ ਨਾ ਹੋਵੇ ਕਿ ਤੂੰ ਵੀ ਅਨਪੜ੍ਹ ਹੀ ਰਹਿ ਜਾਵੇਂ। ਮੈਂ ਤਾਂ ਕੱਪੜੇ ਸਿਉਂ ਕੇ ਗੁਜ਼ਾਰਾ ਕਰ ਲਵਾਂਗੀ, ਪਰ ਤੂੰ ਕੀ ਕਰੇਂਗਾ। ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਇਕੱਲਾ ਨਹੀਂ ਛੱਡਾਂਗਾ। ਮੈਂ ਕਿਹਾ ਤੂੰ ਫਿਕਰ ਨਾ ਕਰ, ਮੈਂ ਇਕੱਲੀ ਹੀ ਬਹੁਤ ਹਾਂ। ਤੂੰ ਸਿਰਫ ਆਪਣੀ ਪੜ੍ਹਾਈ 'ਤੇ ਧਿਆਨ ਦੇ। ਉਸਨੇ ਕਿਹਾ ਕਿ ਠੀਕ ਹੈ, ਅੱਜ ਤੋਂ ਬਾਅਦ ਕਦੇ ਛੁੱਟੀ ਨਹੀਂ ਕਰਾਂਗਾ। ਇਹ ਪਹਿਲੀ ਵਾਰ ਹੋਇਆ ਸੀ ਕਿ ਉਸਨੇ ਆਰਾਮ ਨਾਲ ਮੇਰੀ ਗੱਲ ਸਮਝ ਲਈ ਸੀ, ਨਹੀਂ ਤਾਂ ਉਹ ਕੋਈ ਗੱਲ ਮੰਨਦਾ ਹੀ ਨਹੀਂ ਸੀ। ਮੈਂ ਉਸਨੂੰ ਪਿਆਰ ਨਾਲ ਕਿਹਾ ਕਿ ਹੁਣ ਅਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਹਾਂ। ਸਾਡੇ ਕੋਲ ਬਰਬਾਦ ਕਰਨ ਲਈ ਸਮਾਂ ਨਹੀਂ ਹੈ। ਅਸੀਂ ਕੁਝ ਬਣ ਕੇ ਦਿਖਾਉਣਾ ਹੈ। ਅਸੀਂ ਆਪਣੀ ਮੰਮੀ ਦਾ ਨਾਂ ਰੌਸ਼ਨ ਕਰਨਾ ਹੈ। ਉਸਨੇ ਕਿਹਾ ਕਿ ਠੀਕ ਹੈ। ਫਿਰ ਇੱਕ ਦਿਨ ਸਵੇਰੇ ਸਵੇਰੇ ਕੁਝ ਬਹੁਤ ਹੀ ਅਜੀਬ ਹੋਇਆ। ਜਦੋਂ ਮੈਂ ਸੌਂ ਕੇ ਉੱਠੀ ਤਾਂ ਮੇਰੀ ਹਾਲਤ ਬਹੁਤ ਅਜੀਬ ਹੋ ਰਹੀ ਸੀ। ਅਜਿਹਾ ਲੱਗ ਰਿਹਾ ਸੀ ਮੇਰੀਆਂ ਲੱਤਾਂ ਟੁੱਟ ਰਹੀਆਂ ਹਨ। ਮੇਰੇ ਸਰੀਰ ਵਿੱਚ ਬਹੁਤ ਦਰਦ ਸੀ। ਫਿਰ ਮੈਂ ਸੋਚਿਆ ਕਿ ਸ਼ਾਇਦ ਅੱਜ ਕੱਲ੍ਹ ਠੀਕ ਢੰਗ ਨਾਲ ਰੋਟੀ ਨਹੀਂ ਖਾ ਰਹੀ ਹਾਂ। ਸ਼ਾਇਦ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਹਮੇਸ਼ਾ ਮੰਮੀ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਭਰਾ ਦੇ ਸਾਹਮਣੇ ਨਹੀਂ ਰੋਂਦੀ ਸੀ, ਨਹੀਂ ਤਾਂ ਉਹ ਵੀ ਉਦਾਸ ਹੋ ਜਾਂਦਾ। ਮੈਂ ਬੜੀ ਮੁਸ਼ਕਿਲ ਨਾਲ ਉੱਠੀ, ਉਸ ਲਈ ਰੋਟੀ ਬਣਾਈ ਅਤੇ ਉਸ ਨੂੰ ਸਕੂਲ ਭੇਜ ਦਿੱਤਾ। ਉਸ ਤੋਂ ਬਾਅਦ ਵੀ ਤਬੀਅਤ ਖਰਾਬ ਹੀ ਰਹੀ। ਮੈਨੂੰ ਇੰਜ ਹੋ ਰਿਹਾ ਸੀ ਕਿ ਜਲਦੀ ਮੈਨੂੰ ਕੋਈ ਡਾਕਟਰ ਕੋਲ ਲੈ ਜਾਵੇ। ਮੇਰੀ ਵੀ ਇੱਕ ਸਹੇਲੀ ਸੀ ਜੋ ਸਾਡੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ। ਮੈਂ ਉਸਦੇ ਘਰ ਚਲੀ ਗਈ। ਉਸਦੇ ਘਰ ਦਰਦ ਦੀ ਗੋਲੀ ਪਈ ਸੀ। ਉਸਨੇ ਕਿਹਾ ਗੋਲੀ ਖਾ ਲੈ ਅਤੇ ਜੇਕਰ ਫਿਰ ਵੀ ਆਰਾਮ ਨਹੀਂ ਆਇਆ ਤਾਂ ਮੈਂ ਤੈਨੂੰ ਡਾਕਟਰ ਕੋਲ ਲੈ ਜਾਵਾਂਗੀ। ਉਹ ਵਿਚਾਰੀ ਵੀ ਮਜਬੂਰ ਸੀ। ਉਸਦੇ ਘਰ ਦੇ ਹਾਲਾਤ ਵੀ ਚੰਗੇ ਨਹੀਂ ਸਨ। ਉਸਦੀ ਮੰਮੀ ਵੀ ਹਰ ਵੇਲੇ ਉਸ ਨੂੰ ਕੋਸਦੀ ਰਹਿੰਦੀ ਸੀ
ਕਿ ਤੇਰਾ ਰਿਸ਼ਤਾ ਹੋ ਜਾਵੇ। ਉਹ ਬਹੁਤ ਛੋਟੀ ਸੀ, ਜਿਸ ਕਰਕੇ ਉਸ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ। ਜਦੋਂ ਮੇਰੀ ਤਬੀਅਤ ਕੁਝ ਠੀਕ ਹੋਈ ਤਾਂ ਉਹ ਮੈਨੂੰ ਮੇਰੇ ਘਰ ਲੈ ਆਈ ਅਤੇ ਮੇਰੇ ਨਾਲ ਹੀ ਆ ਗਈ। ਉਸਨੇ ਕਿਹਾ ਕਿ ਤੈਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣੀ ਸੀ। ਤੈਨੂੰ ਪਤਾ ਹੈ ਪਿਛਲੇ ਦਿਨੀ ਮੇਰੇ ਲਈ ਕਿਸ ਦਾ ਰਿਸ਼ਤਾ ਆਇਆ ਸੀ? ਮੈਂ ਕਿਹਾ ਉਹ ਤਾਂ ਵਿੱਕੀ ਦਾ ਆਇਆ ਸੀ। ਉਹ ਕਹਿਣ ਲੱਗੀ, ਹਾਂ ਤੂੰ ਬਿਲਕੁਲ ਠੀਕ ਕਿਹਾ। ਉਸਦੇ ਹੋਰ ਜ਼ਿਆਦਾ ਬੋਲਣ ਤੋਂ ਪਹਿਲਾਂ ਮੈਂ ਉਸਨੂੰ ਕਹਿ ਦਿੱਤਾ ਕਿ ਉਸਦੇ ਨਾਲ ਰਿਸ਼ਤਾ ਕਰਨ ਤੋਂ ਚੰਗਾ ਹੈ ਤੂੰ ਆਤਮ ਹੱਤਿਆ ਕਰ ਲੈ। ਹਾਂ, ਪਰ ਮੇਰੀ ਮੰਮੀ ਕਹਿੰਦੀ ਹੈ ਕਿ ਉਸਦੇ ਕੋਲ ਪੈਸੇ ਤਾਂ ਹਨ, ਇਸ ਲਈ ਉਸਨੂੰ ਘਰ ਬੁਲਾ ਲਿਆ। ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਤੇਰੀ ਮੰਮੀ ਨੂੰ ਕੀ ਹੋ ਗਿਆ ਹੈ? ਇਸ ਤੋਂ ਚੰਗਾ ਤਾਂ ਉਹ ਤੈਨੂੰ ਜ਼ਹਿਰ ਦੇ ਦੇਵੇ, ਪਰ ਉਸ ਆਦਮੀ ਨਾਲ ਤੇਰਾ ਵਿਆਹ ਨਾ ਕਰਵਾਏ। ਪਰ ਫਿਰ ਮੇਰੀ ਸਹੇਲੀ ਨੇ ਮੈਨੂੰ ਜੋ ਗੱਲ ਦੱਸੀ ਉਹ ਸੁਣ ਕੇ ਮੈਂ ਹੈਰਾਨ ਹੋ ਗਈ। ਮੇਰੀ ਸਹੇਲੀ ਨੇ ਕਿਹਾ ਕਿ ਉਸਨੇ ਮੈਨੂੰ ਰਿਜੈਕਟ ਕਰ ਦਿੱਤਾ। ਮੈਂ ਕਿਹਾ ਕਿ ਉਹ ਪਾਗਲ ਹੈ, ਉਸਦੀ ਸ਼ਕਲ ਹੈ ਤੈਨੂੰ ਰਿਜੈਕਟ ਕਰਨ ਵਾਲੀ। ਉਸਨੂੰ ਤਾਂ ਕੋਈ ਜਿਉਂਦੀ ਕੁੜੀ ਮਿਲ ਜਾਵੇ, ਉਸਨੂੰ ਤਾਂ ਇਸ ਗੱਲ ਤੇ ਹੀ ਸ਼ੁਕਰ ਕਰਨਾ ਚਾਹੀਦਾ ਹੈ। ਦਰਅਸਲ ਉਹ ਸਾਡੇ ਮੁਹੱਲੇ ਦਾ ਸਭ ਤੋਂ ਖਰਾਬ ਚਰਿੱਤਰ ਦਾ ਆਦਮੀ ਸੀ। ਉਸਦਾ ਇੱਕ ਵਿਆਹ ਹੋਇਆ ਸੀ, ਪਰ ਉਸਨੇ ਆਪਣੀ ਪਤਨੀ ਨੂੰ ਮਾਰ-ਮਾਰ ਕੇ ਹੀ ਉਸਦੀ ਜਾਨ ਲੈ ਲਈ ਸੀ ਅਤੇ ਉਹ ਆਉਂਦੀ ਜਾਂਦੀ ਹਰ ਕੁੜੀ ਤੇ ਨਜ਼ਰ ਰੱਖਦਾ ਸੀ। ਉਸਦਾ ਲੋਡਿੰਗ ਦਾ ਕਾਰੋਬਾਰ ਸੀ। ਉਹ ਟਰੱਕਾਂ ਦੇ ਅੱਡਿਆਂ ਤੇ ਕੰਮ ਕਰਦਾ ਸੀ ਅਤੇ ਉੱਥੇ ਹੀ ਗੰਦੇ-ਗੰਦੇ ਲੋਕਾਂ ਨਾਲ ਉਸਦੇ ਸੰਬੰਧ ਵੀ ਸਨ। ਮੈਂ ਹੈਰਾਨ ਸੀ ਕਿ ਮੁਹੱਲੇ ਦੇ ਸਭ ਤੋਂ ਚਰਿੱਤਰਹੀਣ, ਬਦਸ਼ਕਲ, ਬਦਸੂਰਤ ਇਨਸਾਨ ਨੇ ਮੇਰੀ ਚੰਗੀ ਭਲੀ ਸਹੇਲੀ ਨੂੰ ਕਿਵੇਂ ਰਿਜੈਕਟ ਕਰ ਦਿੱਤਾ। ਪਰ ਜਦੋਂ ਮੇਰੀ ਸਹੇਲੀ ਨੇ ਕਿਹਾ ਕਿ ਉਹ ਕਹਿੰਦਾ ਹੈ ਕਿ ਮੈਨੂੰ ਕੋਈ ਹੋਰ ਚੰਗੀ ਲੱਗਦੀ ਹੈ ਅਤੇ ਉਸਦਾ ਨਾਮ ਰੂਹੀ ਹੈ, ਉਹ ਮੇਰੀ ਗੱਲ ਕਰ ਰਿਹਾ ਸੀ। ਮੈਂ ਆਪਣੀ ਸਹੇਲੀ ਨੂੰ ਕਿਹਾ ਕਿ ਪੂਰੇ ਮੁਹੱਲੇ ਵਿੱਚ ਸਿਰਫ ਮੈਂ ਥੋੜ੍ਹੀ ਹਾਂ ਜਿਸ ਦਾ ਨਾਂ ਰੂਹੀ ਹੈ, ਹੋਰ ਵੀ ਤਾਂ ਕੋਈ ਕੁੜੀ ਹੋਵੇਗੀ ਜਿਸ ਦਾ ਨਾਂ ਰੂਹੀ ਹੋਵੇਗਾ। ਤਾਂ ਉਹ ਕਹਿਣ ਲੱਗੀ ਕਿ ਮੈਨੂੰ ਤਾਂ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਤੇਰੀ ਹੀ ਗੱਲ ਕਰ ਰਿਹਾ ਹੈ। ਮੈਂ ਕਿਹਾ ਕਿ ਤੈਨੂੰ ਕੁਝ ਵੀ ਲੱਗਦਾ ਰਹਿੰਦਾ ਹੈ, ਉਂਝ ਵੀ ਮੇਰੇ ਅੱਗੇ ਪਿੱਛੇ ਕੌਣ ਹੈ ਜੋ ਮੇਰਾ ਰਿਸ਼ਤਾ ਕਰਵਾਏਗਾ। ਮੇਰੀ ਸਹੇਲੀ ਨੇ ਕਿਹਾ ਕਿ ਕੀ ਤੂੰ ਵਿਆਹ ਨਹੀਂ ਕਰੇਂਗੀ? ਮੈਂ ਕਿਹਾ ਕਿ ਮੈਨੂੰ ਨਹੀਂ ਪਤਾ, ਪਹਿਲਾਂ ਮੈਂ ਆਪਣੇ ਭਾਈ ਨੂੰ ਦੇਖ ਲਵਾਂ, ਮੈਂ ਉਸਦੇ ਬਾਰੇ ਵਿੱਚ ਸੋਚਾਂ। ਜ਼ਿੰਦਗੀ ਬਹੁਤ ਔਖੀ ਹੈ, ਮੇਰੇ ਅੱਗੇ ਬਹੁਤ ਕੁਝ ਹੈ, ਮੈਂ ਵਿਆਹ ਨਹੀਂ ਕਰਨਾ ਚਾਹੁੰਦੀ। ਉਸਨੇ ਕਿਹਾ ਕਿ ਮੈਂ ਹਰ ਤਰੀਕੇ ਨਾਲ ਤੇਰੀ ਮਦਦ ਕਰਾਂਗੀ, ਜਿੰਨਾ ਮੇਰੇ ਤੋਂ ਹੋ ਸਕੇਗਾ। ਖੈਰ, ਮੇਰੀ ਤਬੀਅਤ ਨੂੰ ਕੁਝ ਆਰਾਮ ਮਿਲਿਆ ਤਾਂ ਉਹ ਚਲੀ ਗਈ ਅਤੇ ਮੈਂ ਇਸ ਬਾਰੇ ਵਿੱਚ ਸੋਚਦੀ ਰਹੀ ਕਿ ਕਿਤੇ ਉਹ ਮੇਰੀ ਗੱਲ ਤਾਂ ਨਹੀਂ ਕਰ ਰਿਹਾ ਸੀ। ਪਰ ਮੈਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਮੁਹੱਲੇ ਦੀ ਹਰ ਕੁੜੀ ਦੇ ਪਿੱਛੇ ਭੱਜਦਾ ਹੈ। ਇੱਕ ਦਿਨ ਮੇਰਾ ਭਾਈ ਸਵੇਰੇ ਉੱਠਿਆ ਤਾਂ ਕਹਿਣ ਲੱਗਾ, ਦੀਦੀ ਮੈਨੂੰ ਮਾफ़ ਕਰ ਦਿਓ, ਮੈਂ ਮਜਬੂਰ ਹਾਂ। ਮੈਂ ਕਿਹਾ ਕਿ ਕੀ ਹੋ ਗਿਆ ਹੈ, ਨੀਂਦ ਵਿੱਚ ਤਾਂ ਨਹੀਂ ਬੋਲ ਰਿਹਾ ਹੈ? ਤਾਂ ਉਹ ਕਹਿਣ ਲੱਗਾ, ਨਹੀਂ ਦੀਦੀ, ਮੈਂ ਨੀਂਦ ਵਿੱਚ ਨਹੀਂ ਹਾਂ, ਪਰ ਮੈਨੂੰ ਮਾफ़ ਕਰ ਦਿਓ, ਅਤੇ ਉਹ ਚਲਾ ਗਿਆ। ਅੱਜ ਕੱਲ੍ਹ ਮੇਰੇ ਨਾਲ ਵੀ ਕੁਝ ਅਜੀਬ ਹੋ ਰਿਹਾ ਸੀ। ਮੈਂ ਰਾਤ ਨੂੰ ਸੌਂਦੀ ਤਾਂ ਮੈਨੂੰ ਹੋਸ਼ ਨਹੀਂ ਰਹਿੰਦਾ ਸੀ ਅਤੇ ਸਵੇਰੇ ਮੇਰੀ ਤਬੀਅਤ ਬਹੁਤ ਖਰਾਬ ਹੁੰਦੀ ਸੀ। ਰੋਜ਼ ਸਵੇਰੇ ਉੱਠ ਕੇ ਮੇਰਾ ਭਰਾ ਮੇਰੇ ਤੋਂ ਮਾफ़ੀ ਮੰਗਦਾ ਸੀ। ਮੈਂ ਹੈਰਾਨ ਰਹਿ ਜਾਂਦੀ ਕਿ ਉਹ ਮੇਰੇ ਤੋਂ ਮਾफ़ੀ ਕਿਉਂ ਮੰਗ ਰਿਹਾ ਹੈ। ਫਿਰ ਮੈਂ ਸੋਚਿਆ ਕਿ ਸ਼ਾਇਦ ਉਸਨੇ ਘਰ ਦਾ ਕੋਈ ਨੁਕਸਾਨ ਕਰ ਦਿੱਤਾ ਹੈ, ਜਾਂ ਮੈਂ ਪੈਸੇ ਰੱਖੇ ਸਨ ਉਹ ਚੁੱਕ ਲਏ ਹਨ, ਇਸ ਲਈ ਮੇਰੇ ਤੋਂ ਮਾफ़ੀ ਮੰਗ ਰਿਹਾ ਹੈ। ਮੈਂ ਘਰ ਦੀਆਂ ਸਾਰੀਆਂ ਚੀਜ਼ਾਂ ਦੇਖ ਲਈਆਂ, ਸਭ ਕੁਝ ਆਪਣੀ ਥਾਂ ਤੇ ਹੀ ਪਿਆ ਸੀ। ਉਂਝ ਵੀ ਇਸ ਘਰ ਵਿੱਚ ਕੋਈ ਇੰਨੀ ਕੀਮਤੀ ਚੀਜ਼ ਤਾਂ ਨਹੀਂ ਸੀ। ਪੈਸੇ ਵੀ ਉਸੇ ਜਗ੍ਹਾ ਤੇ ਪਏ ਸਨ ਜਿੱਥੇ ਮੈਂ ਰੱਖੇ ਸਨ। ਇਸ ਦਾ ਮਤਲਬ ਕਿ ਇਹ ਗੱਲ ਨਹੀਂ ਸੀ। ਫਿਰ ਉਹ ਮੇਰੇ ਤੋਂ ਮਾफ़ੀ ਕਿਉਂ ਮੰਗ ਰਿਹਾ ਸੀ? ਮੈਂ ਉਸਦੇ ਸਕੂਲ ਚਲੀ ਗਈ। ਉੱਥੇ ਜਾ ਕੇ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਤਾਂ ਉਹ ਕੋਈ ਛੁੱਟੀ ਨਹੀਂ ਕਰਦਾ, ਪਰ ਪੜ੍ਹਾਈ ਵਿੱਚ ਤਾਂ ਇੰਨਾ ਚੰਗਾ ਨਹੀਂ ਹੈ, ਪਰ ਜੇਕਰ ਮਿਹਨਤ ਕਰੇ ਤਾਂ ਪਾਸ ਤਾਂ ਹੋ ਹੀ ਜਾਵੇਗਾ। ਸਕੂਲ ਵਿੱਚ ਵੀ ਕੋਈ ਦਿੱਕਤ ਨਹੀਂ ਸੀ, ਤਾਂ ਫਿਰ ਉਹ ਮੇਰੇ ਤੋਂ ਮਾफ़ੀ ਕਿਉਂ ਮੰਗਦਾ ਸੀ? ਉਸਨੇ ਮੈਨੂੰ 500 ਰੁਪਏ ਲਿਆ ਕੇ ਦਿੱਤੇ। ਮੈਂ ਕਿਹਾ ਕਿ ਇਹ ਕਿੱਥੋਂ ਆਏ ਹਨ? ਤਾਂ ਉਹ ਕਹਿਣ ਲੱਗਿਆ, ਮੈਨੂੰ ਰਸਤੇ ਵਿੱਚ ਗਿਰੇ ਹੋਏ ਮਿਲੇ ਹਨ। ਮੈਂ ਕਿਹਾ ਕਿ ਤੂੰ ਝੂਠ ਬੋਲ ਰਿਹਾ ਹੈ। ਉਸਨੇ ਕਿਹਾ, ਨਹੀਂ, ਮੈਂ ਸੱਚ ਬੋਲ ਰਿਹਾ ਹਾਂ, ਸੜਕ ਤੇ ਗਿਰੇ ਹੋਏ ਸਨ, ਇਸ ਲਈ ਮੈਂ ਚੁੱਕ ਲਏ। ਮੈਂ ਉਸ ਤੋਂ ਪੈਸੇ ਲੈ ਲਏ। ਜੇਕਰ ਉਸ ਕੋਲ ਛੱਡ ਦਿੰਦੀ ਤਾਂ ਉਹ ਉਹਨਾਂ ਪੈਸਿਆਂ ਨਾਲ ਗੇਮ ਖੇਡ ਲੈਂਦਾ। ਅੱਜ ਕੱਲ੍ਹ ਤਾਂ ਲੋਕ ਪੈਸਿਆਂ ਦੇ ਮਾਮਲੇ ਵਿੱਚ ਇੰਨੇ ਕੰਜੂਸ ਹਨ ਕਿ ਕੋਈ 1 ਰੁਪਈਆ ਵੀ ਨਹੀਂ ਸੁੱਟ ਸਕਦਾ, ਤਾਂ ਫਿਰ ਉਸਨੂੰ 500 ਰੁਪਏ ਕਿੱਥੋਂ ਮਿਲ ਗਏ? ਫਿਰ ਮੈਂ ਉਸਦੇ ਬਿਸਤਰੇ ਦੀ ਤਲਾਸ਼ੀ ਕੀਤੀ ਕਿ ਕਿਤੇ ਉਹ ਚੋਰੀ ਤਾਂ ਨਹੀਂ ਕਰ ਰਿਹਾ, ਕਿਸੇ ਤੋਂ ਉਧਾਰ ਤਾਂ ਨਹੀਂ ਲੈ ਰਿਹਾ, ਪਰ ਇਸ ਤਰ੍ਹਾਂ ਦੀ ਕੋਈ ਗੱਲ ਪਤਾ ਨਾ ਲੱਗੀ। ਮੇਰੀ ਤਬੀਅਤ ਹਲੇ ਵੀ ਖਰਾਬ ਹੀ ਰਹਿੰਦੀ ਸੀ ਅਤੇ ਰਾਤ ਨੂੰ ਬੇਹੋਸ਼ੀ ਦੀ ਤਰ੍ਹਾਂ ਨੀਂਦ ਆਉਂਦੀ ਸੀ। ਇੱਕ ਦਿਨ ਮੈਂ ਸਬਜ਼ੀ ਲੈਣ ਜਾ ਰਹੀ ਸੀ
ਤਾਂ ਉੱਥੇ ਰਸਤੇ ਵਿੱਚ ਵਿੱਕੀ ਮਿਲ ਗਿਆ। ਉਸਨੇ ਮੇਰਾ ਰਸਤਾ ਰੋਕ ਲਿਆ ਅਤੇ ਕਹਿਣ ਲੱਗਾ, ਕਿੱਥੇ ਜਾ ਰਹੀ ਹੈ? ਮੈਂ ਮਦਦ ਕਰ ਦਿੰਦਾ ਹਾਂ। ਮੈਂ ਕਿਹਾ ਕਿ ਦਫਾ ਹੋ ਜਾ, ਮੈਨੂੰ ਤੇਰੀ ਮਦਦ ਦੀ ਜ਼ਰੂਰਤ ਨਹੀਂ ਹੈ। ਉਸਨੇ ਕਿਹਾ ਕਿ ਇੰਜ ਨਾ ਕਰ। ਮੈਂ ਕਿਹਾ, ਤੇਰੇ ਲਈ ਮੇਰੇ ਕੋਲ 1 ਮਿੰਟ ਵੀ ਨਹੀਂ ਹੈ। ਇਸ ਗੱਲ ਤੇ ਉਹ ਬਹੁਤ ਬੁਰੀ ਤਰ੍ਹਾਂ ਹੱਸਣ ਲੱਗ ਗਿਆ। ਉਹ ਇੰਨੀ ਜ਼ੋਰ ਨਾਲ ਹੱਸ ਰਿਹਾ ਸੀ ਕਿ ਉਸਦਾ ਸਾਹ ਬੰਦ ਹੋਣ ਲੱਗਿਆ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਉੱਪਰ ਹੱਸ ਰਿਹਾ ਹੋਵੇ। ਮੈਂ ਚਲੀ ਗਈ ਅਤੇ ਸੋਚਣ ਲੱਗੀ ਕਿ ਇਹ ਪਾਗਲ ਹੈ। ਮੈਨੂੰ ਆਪਣੇ ਭਾਈ ਤੇ ਸ਼ੱਕ ਨਹੀਂ ਸੀ। ਉਹ ਕੋਈ ਗਲਤ ਹਰਕਤ ਨਹੀਂ ਕਰ ਸਕਦਾ ਸੀ। ਹਾਂ, ਉਹ ਸ਼ਰਾਰਤੀ ਜ਼ਰੂਰ ਸੀ, ਪਰ ਬੁਰਾ ਇਨਸਾਨ ਨਹੀਂ ਸੀ। ਚੋਰੀ ਕਰਨਾ ਜਾਂ ਕਿਸੇ ਦੀ ਜੇਬ ਵਿੱਚੋਂ ਪੈਸੇ ਕੱਢਣਾ ਉਹ ਅਜਿਹਾ ਨਹੀਂ ਕਰ ਸਕਦਾ ਸੀ, ਪਰ ਉਸ ਕੋਲ ਪੈਸੇ ਹੁੰਦੇ ਸਨ। ਇੱਕ ਦਿਨ ਉਸਨੇ ਮੈਨੂੰ 1000 ਰੁਪਏ ਦਿੱਤੇ। ਮੈਂ ਕਿਹਾ ਕਿ ਹੁਣ ਇਹ ਕਿੱਥੋਂ ਆਏ? ਤਾਂ ਉਹ ਕਹਿਣ ਲੱਗਿਆ ਕਿ ਮੈਂ ਮਜ਼ਦੂਰੀ ਕੀਤੀ ਹੈ। ਮੈਂ ਕਿਹਾ, ਤੇਰੀ ਹਾਲਤ ਹੈ ਮਜ਼ਦੂਰੀ ਕਰਨ ਦੀ? ਤੂੰ ਕੀ ਮਜ਼ਦੂਰੀ ਕੀਤੀ ਹੈ? ਤਾਂ ਉਸਨੇ ਕਿਹਾ ਕਿ ਮੈਂ ਇੱਟਾਂ ਚੁੱਕੀਆਂ ਹਨ। ਪਰ ਉਸਦੇ ਹੱਥਾਂ ਅਤੇ ਕੱਪੜਿਆਂ ਨੂੰ ਦੇਖ ਕੇ ਤਾਂ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ। ਮੈਂ ਕਿਹਾ ਕਿ ਝੂਠ ਨਾ ਬੋਲ। ਤਾਂ ਉਹ ਮੇਰੀ ਕਸਮ ਖਾਣ ਲੱਗਿਆ। ਮੈਂ ਸੋਚਿਆ ਕਿ ਉਹ ਮੇਰੀ ਝੂਠੀ ਕਸਮ ਨਹੀਂ ਖਾਏਗਾ, ਉਸਦਾ ਮੇਰੇ ਇਲਾਵਾ ਹੋਰ ਹੈ ਹੀ ਕੌਣ। ਪਰ ਫਿਰ ਵੀ ਸ਼ੱਕ ਹੋ ਰਿਹਾ ਸੀ। ਮੈਨੂੰ ਕੋਈ ਨਾ ਕੋਈ ਗੜਬੜ ਜ਼ਰੂਰ ਲੱਗ ਰਹੀ ਸੀ। ਮੈਂ ਸੋਚ ਲਿਆ ਕਿ ਇਸ ਉੱਪਰ ਨਜ਼ਰ ਰੱਖਣੀ ਹੋਵੇਗੀ। ਪਤਾ ਤਾਂ ਕਰਨਾ ਹੀ ਪਵੇਗਾ ਕਿ ਕੀ ਗੱਲ ਹੈ। 8 ਸਾਲ ਦਾ ਬੱਚਾ ਕੀ ਮਜ਼ਦੂਰੀ ਕਰੇਗਾ? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਸੀ। ਪਰ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਵੀ ਮੈਨੂੰ ਕੁਝ ਨਹੀਂ ਮਿਲਿਆ। ਮੈਂ ਉਸਦੇ ਦੋਸਤਾਂ ਨੂੰ ਵੀ ਪੁੱਛਿਆ, ਸਕੂਲ ਵਿੱਚ ਵੀ ਪਤਾ ਕੀਤਾ, ਉਸਦਾ ਬੈਗ ਚੈੱਕ ਕੀਤਾ। ਮੈਂ ਸੋਚਿਆ ਸ਼ਾਇਦ ਮੈਨੂੰ ਵਹਿਮ ਹੋ ਰਿਹਾ ਹੈ। ਉਹ ਸਵੇਰੇ ਸਵੇਰੇ ਉੱਠ ਕੇ ਮੇਰੇ ਤੋਂ ਮਾफ़ੀ ਮੰਗਦਾ ਸੀ। ਇਸ ਗੱਲ ਦੀ ਕੀ ਤੁਕ ਬਣਦੀ ਸੀ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਇੱਕ ਰਾਤ ਨੂੰ ਮੈਂ ਬਹੁਤ ਪਰੇਸ਼ਾਨ ਸੀ। ਮੈਂ ਰੋਟੀ ਨਹੀਂ ਖਾਧੀ ਅਤੇ ਉਸ ਰਾਤ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਆਪਣਾ ਭਾਈ ਮੇਰੇ ਨਾਲ ਇਹ ਸਭ ਕੁਝ ਕਰੇਗਾ ਅਤੇ ਉਸਦੀ ਇਸ ਹਰਕਤ ਕਰਕੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਅੱਧੀ ਰਾਤ ਨੂੰ ਮੇਰੀ ਅੱਖ ਖੁੱਲ੍ਹ ਗਈ, ਪਰ ਜਦੋਂ ਤੋਂ ਮੇਰਾ ਭਾਈ ਮੇਰੇ ਨਾਲ ਸੋ ਰਿਹਾ ਸੀ, ਇਸ ਤੋਂ ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਸੀ। ਉਂਝ ਤਾਂ ਮੈਨੂੰ ਬਹੁਤ ਵਧੀਆ ਨੀਂਦ ਆਉਂਦੀ ਸੀ, ਪਰ ਅੱਜ ਮੇਰੀ ਅੱਖ ਖੁੱਲ੍ਹ ਗਈ ਕਿਉਂਕਿ ਮੈਂ ਰੋਟੀ ਨਹੀਂ ਖਾਧੀ ਸੀ। ਸ਼ਾਇਦ ਖਾਲੀ ਪੇਟ ਹੋਣ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਦੇਖਿਆ ਕਿ ਮੇਰੇ ਨਾਲ ਮੇਰਾ ਭਾਈ ਸੌਂ ਰਿਹਾ ਸੀ। ਮੈਂ ਮਹਿਸੂਸ ਕੀਤਾ ਕਿ ਲਾਈਟ ਤਾਂ ਬੰਦ ਸੀ, ਪਰ ਅਚਾਨਕ ਉਸਨੇ ਆਪਣਾ ਹੱਥ ਮੇਰੇ ਉੱਪਰ ਰੱਖਿਆ ਅਤੇ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ ਇਹ ਕੀ ਬੇਹੂਦਾ ਹਰਕਤ ਕਰ ਰਿਹਾ ਹੈ ਮੇਰੇ ਨਾਲ, ਪਾਗਲ ਤਾਂ ਨਹੀਂ ਹੋ ਗਿਆ। ਮੈਂ ਉਸਦਾ ਹੱਥ ਝਟਕ ਦਿੱਤਾ, ਪਰ ਜਦੋਂ ਮੈਂ ਉਸਦਾ ਹੱਥ ਝਟਕ ਦਿੱਤਾ ਤਾਂ ਉਸਦਾ ਹੱਥ ਮੇਰੇ ਹੱਥ ਨਾਲ ਟਕਰਾਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਕਿਸੇ ਬੱਚੇ ਦਾ ਹੱਥ ਨਹੀਂ ਹੈ। ਮੈਂ ਲਾਈਟ ਜਗਾਈ ਅਤੇ ਇਹ ਦੇਖ ਕੇ ਮੇਰੇ ਨਾਲ ਕੌਣ ਸੋ ਰਿਹਾ ਹੈ, ਮੇਰਾ ਤਾਂ ਜਿਵੇਂ ਸਾਹ ਰੁਕ ਗਿਆ ਅਤੇ ਮੈਂ ਚੀਕਾਂ ਮਾਰਨ ਲੱਗੀ। ਉਸ ਆਦਮੀ ਨੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਅਤੇ ਮੇਰੀ ਹਾਲਤ ਖਰਾਬ ਹੋ ਗਈ ਕਿ ਇਹ ਮੇਰੇ ਕਮਰੇ ਵਿੱਚ ਕੀ ਕਰ ਰਿਹਾ ਹੈ, ਜਦੋਂ ਕਿ ਮੇਰਾ ਭਾਈ ਤਾਂ ਕਮਰੇ ਵਿੱਚ ਨਹੀਂ ਸੀ। ਜੋ ਮੇਰੇ ਕਮਰੇ ਵਿੱਚ ਸੀ ਉਹ ਕੋਈ ਹੋਰ ਨਹੀਂ ਬਲਕਿ ਵਿੱਕੀ ਸੀ, ਜੋ ਹਲੇ ਵੀ ਮੇਰੇ ਮੂੰਹ 'ਤੇ ਹੱਥ ਰੱਖ ਕੇ ਖੜਾ ਸੀ। ਮੈਂ ਕਿਹਾ, ਤੂੰ ਇੱਥੇ ਕੀ ਕਰ ਰਿਹਾ ਹੈ? ਤੂੰ ਮੇਰੇ ਕਮਰੇ ਵਿੱਚ ਕਿਵੇਂ ਆਇਆ? ਉਹ ਕਹਿਣ ਲੱਗਿਆ ਕਿ ਤੈਨੂੰ ਕੀ ਹੋ ਗਿਆ ਹੈ? ਪਾਗਲ ਨਾ ਬਣ, ਤੈਨੂੰ ਅੱਜ ਹੋਸ਼ ਕਿਵੇਂ ਆ ਗਿਆ? ਤੂੰ ਤਾਂ ਇਸ ਵੇਲੇ ਬੇਹੋਸ਼ ਹੁੰਦੀ ਹੈ। ਮੈਂ ਕਿਹਾ ਕਿ ਕੀ ਮਤਲਬ? ਤੂੰ ਕੀ ਕਰ ਰਿਹਾ ਹੈ? ਇੱਥੇ ਕੀ ਕਰਨ ਆਇਆ ਹੈ? ਤਾਂ ਉਸਨੇ ਮੈਨੂੰ ਸਾਰੀ ਕਹਾਣੀ ਦੱਸੀ ਕਿ ਤੇਰਾ ਭਾਈ ਮੇਰੇ ਨਾਲ ਮਿਲਿਆ ਹੋਇਆ ਹੈ। ਮੈਂ ਉਸਨੂੰ ਮਹੀਨੇ ਦੇ ਪੈਸੇ ਦਿੰਦਾ ਹਾਂ। ਮੈਂ ਉਸਨੂੰ ਕਿਹਾ ਕਿ ਤੇਰੀ ਭੈਣ ਮੈਨੂੰ ਬਹੁਤ ਚੰਗੀ ਲੱਗਦੀ ਹੈ ਅਤੇ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਅਤੇ ਫਿਰ ਮੈਂ ਉਸਨੂੰ ਕਿਹਾ ਕਿ ਤੂੰ ਵੀ ਮੈਨੂੰ ਬਹੁਤ ਪਸੰਦ ਕਰਦੀ ਹੈ, ਪਰ ਦੁਨੀਆ ਤੋਂ ਡਰਦੀ ਹੈ। ਉਹ ਰੋਜ਼ ਤੇਰੇ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਨੀਂਦ ਦੀ ਦਵਾਈ ਮਿਲਾਉਂਦਾ ਸੀ। ਜਦੋਂ ਤੂੰ ਸੋ ਜਾਂਦੀ ਤਾਂ ਉਹ ਚਲਾ ਜਾਂਦਾ ਅਤੇ ਮੈਂ ਇਸ ਕਮਰੇ ਵਿੱਚ ਆ ਜਾਂਦਾ ਹਾਂ ਅਤੇ ਉਸ ਤੋਂ ਬਾਅਦ ਇੱਥੇ ਜੋ ਕੁਝ ਵੀ ਹੁੰਦਾ ਹੈ ਉਹ ਤੂੰ ਸਮਝ ਹੀ ਗਈ ਹੋਵੇਂਗੀ। ਇਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਰੋਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ ਕਿ ਦੇਖ, ਜੋ ਕੁਝ ਵੀ ਹੋਇਆ ਉਹ ਸਾਡੇ ਵਿੱਚ ਹੈ। ਜੇਕਰ ਕਿਸੇ ਨੂੰ ਨਹੀਂ ਦੱਸੇਂਗੀ ਤਾਂ ਚੰਗਾ ਹੈ। ਚੰਗਾ ਇਹੀ ਹੋਵੇਗਾ ਤੂੰ ਇਹ ਗੱਲ ਕਿਸੇ ਨੂੰ ਨਾ ਦੱਸ। ਮੈਂ ਮੰਨਦਾ ਹਾਂ ਕਿ ਮੈਂ ਬੁਰਾ ਹਾਂ। ਮੈਂ ਤੈਨੂੰ ਹਾਸਲ ਕਰਨ ਲਈ ਤੇਰੇ ਛੋਟੇ ਭਾਈ ਨੂੰ ਬੇਵਕੂਫ ਬਣਾਇਆ, ਉਸਦਾ ਇਸਤੇਮਾਲ ਕੀਤਾ, ਪਰ ਮੈਂ ਤੈਨੂੰ ਪਿਆਰ ਕਰਦਾ ਹਾਂ, ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਕਿਹਾ ਕਿ ਤੇਰੇ ਵਰਗਾ ਇਨਸਾਨ ਵਿਆਹ ਦੀਆਂ ਗੱਲਾਂ ਕਰਦਾ ਹੈ? ਤੇਰੇ ਵਰਗੇ ਆਦਮੀ ਦੇ ਮੂੰਹ ਤੋਂ ਇਹ ਗੱਲਾਂ ਸੁਣਨਾ ਚੰਗਾ ਨਹੀਂ ਲੱਗਦਾ। ਉਸਨੇ ਕਿਹਾ ਕਿ ਠੀਕ ਹੈ, ਫਿਰ ਜਾ ਕੇ ਸਭ ਨੂੰ ਦੱਸ ਦੇ
ਅਤੇ ਆਪਣੀ ਬਦਨਾਮੀ ਕਰਵਾ ਲੈ। ਤੁਹਾਡੀ ਇੰਨੀ ਬਦਨਾਮੀ ਹੋ ਜਾਵੇਗੀ ਕਿ ਮੁਹੱਲੇ ਵਾਲੇ ਤੁਹਾਨੂੰ ਚੁੱਕ ਕੇ ਬਾਹਰ ਸੁੱਟ ਦੇਣਗੇ। ਮੈਂ ਤਾਂ ਕਹਿ ਦੇਵਾਂਗਾ ਕਿ ਇਹ ਆਪ ਮੈਨੂੰ ਬੁਲਾਉਂਦੀ ਸੀ, ਮੇਰੇ ਤੋਂ ਪੈਸੇ ਵੀ ਮੰਗਦੀ ਸੀ। ਇਸ ਦਾ ਭਾਈ ਮੇਰੇ ਤੋਂ ਪੈਸੇ ਲੈਂਦਾ ਸੀ, ਇਸ ਦਾ ਭਾਈ ਇਸ ਦੀ ਦਲਾਲੀ ਕਰਦਾ ਸੀ। ਮੈਂ ਤੈਨੂੰ ਬਦਨਾਮ ਕਰ ਦੇਵਾਂਗਾ ਅਤੇ ਤੇਰਾ ਸਭ ਕੁਝ ਖਤਮ ਹੋ ਜਾਵੇਗਾ। ਲੋਕ ਵੀ ਮੇਰੀ ਗੱਲ 'ਤੇ ਯਕੀਨ ਕਰਨਗੇ। ਬੇਸ਼ੱਕ ਮੈਂ ਗੰਦਾ ਆਦਮੀ ਹਾਂ ਜਿਸ 'ਤੇ ਕੋਈ ਭਰੋਸਾ ਨਹੀਂ ਕਰਦਾ, ਪਰ ਫਿਰ ਵੀ ਮੇਰੀ ਗੱਲ ਮੰਨੀ ਜਾਵੇਗੀ। ਇਹ ਜ਼ਮਾਨਾ ਅਜਿਹਾ ਹੀ ਹੈ। ਮੇਰੇ ਵਰਗੇ ਬੰਦਿਆਂ ਦੀ ਹੀ ਇੱਜ਼ਤ ਹੁੰਦੀ ਹੈ, ਭਾਵੇਂ ਉਹ ਚਰਿੱਤਰਹੀਣ ਹੀ ਕਿਉਂ ਨਾ ਹੋਣ, ਅਤੇ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਲੋਕ ਕਹਿਣਗੇ ਇਕੱਲੀ ਕੁੜੀ ਇਸ ਘਰ ਵਿੱਚ ਕੀ ਕਰ ਰਹੀ ਹੈ, ਕਿਸੇ ਨੂੰ ਕੀ ਪਤਾ। ਤੇਰੇ ਭਾਈ ਦੇ ਇੱਕ ਥੱਪੜ ਮਾਰਨਗੇ ਤਾਂ ਸਾਰੀ ਕਹਾਣੀ ਦੱਸ ਦੇਵੇਗਾ, ਅਤੇ ਇਹ ਸਾਬਤ ਕਰਨ ਵਿੱਚ ਦੇਰ ਨਹੀਂ ਲੱਗੇਗੀ ਕਿ ਤੂੰ ਆਪ ਹੀ ਉਸ ਤੋਂ ਦਲਾਲੀ ਕਰਵਾਉਂਦੀ ਸੀ ਅਤੇ ਮੈਂ ਤੇਰਾ ਪਹਿਲਾ ਗ੍ਰਾਹਕ ਨਹੀਂ ਸੀ। ਮੈਂ ਉਸ ਦੇ ਮੂੰਹ 'ਤੇ ਇੱਕ ਜ਼ੋਰਦਾਰ ਥੱਪੜ ਮਾਰਿਆ। ਥੱਪੜ ਖਾ ਕੇ ਉਸਨੇ ਕਿਹਾ, ਮੈਂ ਤੇਰੇ ਤੋਂ 1000 ਥੱਪੜ ਖਾ ਸਕਦਾ ਹਾਂ, ਪਰ ਹਲੇ ਵੀ ਤੈਨੂੰ ਮੌਕਾ ਦੇ ਰਿਹਾ ਹਾਂ, ਮੇਰੇ ਨਾਲ ਵਿਆਹ ਕਰ ਲੈ। ਮੈਂ ਸਾਰੀ ਰਾਤ ਰੋਂਦੀ ਰਹੀ। ਮੈਂ ਆਪਣੇ ਭਾਈ ਕੋਲ ਗਈ। ਮੈਂ ਉਸ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ। ਉਹ ਵੀ ਰੋਣ ਲੱਗਿਆ। ਮੈਂ ਉਸ ਨੂੰ ਸਾਰੀ ਹਕੀਕਤ ਦੱਸਣਾ ਚਾਹੁੰਦੀ ਸੀ, ਪਰ ਉਸ ਨੂੰ ਕੀ ਦੱਸਦੀ। ਉਸ ਨੂੰ ਕੀ ਸਮਝ ਕਿ ਉਸਨੇ ਕੀ ਕੀਤਾ ਹੈ। ਉਸ ਨੂੰ ਬੇਵਕੂਫ ਬਣਾ ਕੇ ਵਿੱਕੀ ਨੇ ਇਹ ਸਭ ਕੁਝ ਕੀਤਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਵਿੱਕੀ ਦੇ ਸਾਹਮਣੇ ਮੇਰੀ ਇੱਜ਼ਤ ਲੁੱਟ ਚੁੱਕੀ ਸੀ ਅਤੇ ਉਹ ਮੈਨੂੰ ਆਸਾਨੀ ਨਾਲ ਬਦਨਾਮ ਕਰ ਸਕਦਾ ਸੀ। ਮੈਂ ਉਸ ਦੇ ਨਾਲ ਵਿਆਹ ਕਰਨ ਦੀ ਹਾਮੀ ਭਰ ਦਿੱਤੀ, ਪਰ ਮੈਂ ਉਸ ਨੂੰ ਕਿਹਾ ਕਿ ਮੇਰੀਆਂ ਕੁਝ ਸ਼ਰਤਾਂ ਹਨ। ਉਹ ਸਾਰੇ ਗੰਦੇ ਕੰਮ ਛੱਡ ਦੇਵੇਗਾ, ਇੱਕ ਚੰਗਾ ਪਤੀ ਬਣ ਕੇ ਰਹੇਗਾ। ਜੇਕਰ ਉਸਨੇ ਕੋਈ ਗਲਤ ਕੰਮ ਕੀਤਾ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ। ਉਸਨੇ ਕਿਹਾ ਕਿ ਨਹੀਂ, ਅਜਿਹਾ ਬਿਲਕੁਲ ਨਾ ਕਰੀਂ। ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਹਾਂ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ। ਮੈਂ ਤੈਨੂੰ ਕੋਈ ਤਕਲੀਫ ਨਹੀਂ ਦੇਵਾਂਗਾ। ਉਸਨੇ ਮੇਰੇ ਨਾਲ ਵਿਆਹ ਕਰ ਲਿਆ। ਉਸਨੇ ਆਪਣਾ ਘਰ ਵੇਚ ਦਿੱਤਾ ਅਤੇ ਮੈਂ ਆਪਣਾ ਘਰ ਛੱਡ ਦਿੱਤਾ। ਆਪਣੇ ਭਾਈ ਨੂੰ ਲੈ ਕੇ ਅਸੀਂ ਇਹ ਮੁਹੱਲਾ ਛੱਡ ਦਿੱਤਾ। ਹੁਣ ਮੈਂ ਵਿੱਕੀ ਦੇ ਨਾਲ ਉਸਦੀ ਪਤਨੀ ਬਣ ਕੇ ਹੀ ਰਹਿੰਦੀ ਹਾਂ। ਉਹ ਮੇਰੇ ਨਾਲ ਗਲਤ ਵਰਤਾਅ ਨਹੀਂ ਕਰਦਾ ਹੈ। ਉਹ ਘਰ ਦਾ ਖਰਚਾ ਚੁੱਕਦਾ ਹੈ ਅਤੇ ਮੇਰੇ ਭਾਈ ਦੀ ਫੀਸ ਵੀ ਭਰਦਾ ਹੈ। ਉਸ ਨੂੰ ਸਕੂਲ ਵੀ ਛੱਡਣ ਜਾਂਦਾ ਹੈ ਅਤੇ ਉਸ ਦਾ ਖਿਆਲ ਵੀ ਰੱਖਦਾ ਹੈ। ਮੈਂ ਜੋ ਵੀ ਗੱਲ ਉਸ ਨੂੰ ਕਹਿੰਦੀ ਹਾਂ ਮੰਨ ਲੈਂਦਾ ਹੈ। ਜੋ ਚੀਜ਼ ਮੰਗਦੀ ਹਾਂ ਲਿਆ ਕੇ ਦਿੰਦਾ ਹੈ। ਉਹ ਕਹਿੰਦਾ ਹੈ, ਮੈਂ ਤੈਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਹੋਣ ਦਿਆਂਗਾ। ਮੈਨੂੰ ਉਸ ਨਾਲ ਪਿਆਰ ਨਹੀਂ ਹੈ, ਪਰ ਸ਼ਾਇਦ ਉਸ ਦੀ ਇੰਨੀ ਹੈਸੀਅਤ ਨਾ ਹੁੰਦੇ ਹੋਏ ਵੀ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ ਹੈ ਕਿ ਮੇਰੀ ਜ਼ਿੰਦਗੀ ਗੁਜ਼ਰ ਰਹੀ ਹੈ। ਮੈਨੂੰ ਨਹੀਂ ਪਤਾ ਕਿ ਮੈਂ ਹੋਰ ਕੀ ਕਹਾਂ। ਇਹ ਮੇਰੀ ਜ਼ਿੰਦਗੀ ਦੀ ਕਹਾਣੀ ਹੈ। ਇਹ ਹਕੀਕਤ ਹੈ। ਹਕੀਕਤ ਅਜਿਹੀ ਹੀ ਹੁੰਦੀ ਹੈ। ਸਾਨੂੰ ਸਬਰ ਕਰਨਾ ਪੈਂਦਾ ਹੈ, ਸਮਝੌਤਾ ਕਰਨਾ ਪੈਂਦਾ ਹੈ। ਅਸੀਂ ਕਰਦੇ ਹਾਂ ਅਤੇ ਜ਼ਿੰਦਗੀ ਇਸੇ ਤਰ੍ਹਾਂ ਗੁਜ਼ਰਦੀ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।